ਦਲਿਤ ਅਤਿਆਚਾਰ ਨੂੰ ਲੈ ਕੇ ਦੇਖਿਆ ਜਾਵੇ ਦੇਸ਼ ਭਰ ਦੇ ਵਿੱਚ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੇ ਨਾਲ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਤੇ ਉਸ ਤੋਂ ਬਾਅਦ ਹੁਣ ਚਿੰਤਾਵਾਂ ਇਹ ਵੱਧ ਗਈਆਂ ਨੇ ਕਿ ਆਖਰਕਾਰ ਇਹਨਾਂ ਦੇ ਪਿੱਛੇ ਜਿਸ ਤਰ੍ਹਾਂ ਦੇ ਨਾਲ ਇਹ ਸ਼ੁਰੂਆਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਅਖੀਰ ਦੇ ਵਿੱਚ ਬੇਸ਼ੱਕ ਰਾਜਨੀਤੀ ਸਿਆਸਤ ਸ਼ੁਰੂ ਹੋ ਜਾਵੇ ਪਰ ਆਖਰ ਹੱਲ ਇਹਨਾਂ ਦਾ ਕੋਈ ਨਿਕਲਦਾ। ਇੱਕ ਹੁਣ ਕਿਹਾ ਜਾਵੇ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਗਈ ਕਿ ਆਖਰਕਾਰ ਪੂਰੇ ਫੈਕਟਸ ਕੀ ਸੀਗੇ, ਕੀ ਚੀਜ਼ਾਂ ਸਹੀ ਵੀ ਸੀ ਜਾਂ ਫਿਰ ਨਹੀਂ। ਤਾਂ ਬੇਖੌਫ ਆਜ਼ਾਦੀ ਆਰਗੇਨਾਈਜੇਸ਼ਨ ਵੱਲੋਂ ਕਹਿ ਸਕਦੇ ਹਾਂ ਕਿ ਇਹ ਪੂਰਾ ਫੈਕਟਸ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਅਰਪਨ, ਪਹਿਲਾਂ ਤਾਂ ਜਿਹੜੇ ਲੋਕ ਦੇਖਦੇ ਨੇ ਉਹ ਇੱਕ ਖਬਰ ਦੇ ਤੌਰ ਤੇ ਸੁਣ ਲੈਂਦੇ ਵੀ ਉੱਥੇ ਦਲਿਤ ਨਾਲ ਰੇਪ ਹੋ ਗਿਆ, ਦਲਿਤ ਅਤਿਆਚਾਰ ਹੋ ਗਿਆ। ਫੈਕਟਸ ਕੀ ਨੇਗੇ ਤੇ ਅੱਗੇ ਕੀ ਇਨਸਾਫ ਮਿਲਣ ਦੀ ਕੋਈ ਗੁੰਜਾਇਸ਼ ਨਜ਼ਰ ਪੈਂਦੀ ਹੈ? ਜਿਹੜੀ ਘਟਨਾ ਹੈਗੀ ਹੈ ਇਹ ਬੁਟਾਨਾ ਜ਼ਿਲ੍ਹੇ ਦੀ ਹੈ, ਬੁਟਾਨਾ ਪਿੰਡ ਦੀ ਹੈਗੀ ਹੈ, ਸੋਨੀਪਤ ਜ਼ਿਲ੍ਹੇ ਦੀ ਹੈਗੀ ਹੈ। ਉੱਥੇ ਦੋ ਕੁੜੀਆਂ ਜਿਹੜੀਆਂ ਉਹ ਮਰਡਰ ਐਕਿਊਜ਼ੇਸ਼ਨ ਦੇ ਵਿੱਚ ਜੇਲ੍ਹ ਦੇ ਵਿੱਚ ਹੈਗੀਆਂ ਨੇ, ਜਿਨ੍ਹਾਂ ਦਾ ਆਰੋਪ ਹੈਗਾ, ਜਿਨ੍ਹਾਂ 'ਚੋਂ ਇੱਕ ਦਾ ਆਰੋਪ ਹੈਗਾ ਕਿ ਉਹਨਾਂ ਦੇ ਨਾਲ ਕਸਟਡੀ ਦੇ ਵਿੱਚ 10 ਤੋਂ 15 ਪੁਲਿਸ ਵਾਲਿਆਂ ਨੇ ਰੇਪ ਕੀਤਾ ਹੈਗਾ। ਤਾਂ ਇਹ ਜਿਹੜੀ ਘਟਨਾ ਨੂੰ ਲੈ ਕੇ ਵਾਇਰ ਦੇ ਵਿੱਚ ਦੀ ਇੱਕ ਨਿਊਜ਼ ਛਪੀ ਸੀਗੀ, ਵਾਇਰ ਨੇ ਛਾਪੀ ਸੀ, ਉਹਨੂੰ ਲੈ ਕੇ ਅਸੀਂ ਫੈਕਟ ਫਾਈਂਡਿੰਗ ਟੀਮ ਭੇਜੀ ਸੀਗੀ ਤੇ ਉਹਦੇ ਕੁਝ ਫੈਕਟ ਜਿਹੜੇ ਸਾਡੇ ਸਾਹਮਣੇ ਆਏ ਸੀ। ਉਹਦੇ 'ਚ ਇਹ ਸੀ ਕਿ ਕੁੜੀਆਂ ਦਾ ਜਿਹੜਾ ਹੈਗਾ ਉਹ ਕੁੜੀਆਂ ਦਲਿਤ ਨੇ, ਜਿਹੜੇ ਪੁਲਿਸ ਵਾਲਿਆਂ ਦੇ ਮਰਡਰ ਦੇ ਅਕਿਊਜ਼ਡ ਦੇ ਵਿੱਚ ਹੈਗੇ ਨੇ ਉਹ ਪੁਲਿਸ ਵਾਲੇ ਹੈਗੇ ਨੇ, ਜਾਟਾਂ ਦੇ ਹੈਗੇ ਨੇ। ਤਾਂ ਉੱਥੋਂ ਦਾ ਜਿਹੜਾ ਸਿਨੈਰੀਓ ਦੀ ਜੇ ਆਪਾਂ ਗੱਲ ਕਰੀਏ ਤਾਂ ਸਿਨੈਰੀਓ ਦੇ ਵਿੱਚ ਓਬਵੀਅਸਲੀ ਜਦੋਂ ਅਪਰ ਕਾਸਟ ਤੇ ਆਪਾਂ ਲੋਅਰ ਕਾਸਟ ਦੀ ਗੱਲ ਕਰੀਏ ਤਾਂ ਕਾਸਟ ਕਨਫਰੰਟ੍ਰੇਸ਼ਨ ਇੰਡੀਆ ਦੇ ਵਿੱਚ ਆਮ ਸਾਨੂੰ ਦੇਖਣ ਨੂੰ ਮਿਲ ਜਾਂਦੀ ਹੈਗੀ ਹੈ। ਤਾਂ ਪਿੰਡ ਦੀ ਜਿਹੜੀ ਪੰਚਾਇਤ ਉਹ ਹਮੇਸ਼ਾ ਸਾਨੂੰ ਅਪਰ ਕਾਸਟ ਦੇ ਹਿੱਤ ਦੇ ਵਿੱਚ ਭੁਗਤਦੀ ਨਜ਼ਰ ਆਉਂਦੀ ਹੈਗੀ ਹੈ। ਇੱਕ ਇਹ ਇਹਦਾ ਇੱਕ ਪਹਿਲੂ ਹੈਗਾ। ਦੂਸਰਾ ਪਹਿਲੂ ਇਹ ਹੈਗਾ ਕਿ ਜਦੋਂ ਖਾਸ ਕਰ ਅਸੀਂ ਕੁੜੀਆਂ, ਜਦੋਂ ਹੀ ਕੁੜੀ ਇੱਕ ਸੈਂਟਰ ਦੇ ਵਿੱਚ ਆਉਂਦੀ ਹੈਗੀ ਆ, ਅਸੀਂ ਕੁੜੀਆਂ ਦਾ ਜਿਹੜਾ ਕਰੈਕਟਰ ਅਸੈਸੀਨੇਸ਼ਨ ਆ ਉਹ ਕਰਨਾ ਸ਼ੁਰੂ ਕਰ ਦਿੰਦੇ ਹੈਗੇ ਆ ਕਿ ਕੁੜੀ ਵਜੋਂ ਨਹੀਂ ਦੇਖੀ ਜਾਂਦੀ, ਇਹ ਦੇਖਿਆ ਜਾਂਦਾ ਕੁੜੀ ਰਾਤ ਨੂੰ 2 ਵਜੇ ਬਾਹਰ ਸੀ ਜੀ, ਠੀਕ ਹੈ, ਕੁੜੀ ਮਰਡਰ ਦੇ ਅਕਿਊਜ਼ੇਸ਼ਨ ਦੇ ਵਿੱਚ ਅੰਦਰ ਹੈਗੀ ਹੈ। ਇਹ ਸਾਰੀਆਂ ਚੀਜ਼ਾਂ ਇਹ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਦਿੰਦੇ ਆ ਵੀ ਹਾਂ ਜੇ ਰੇਪ ਹੋਇਆ ਤੇ ਇਹ ਨੋਰਮਲ ਹੈ, ਇਹ ਹੋਣਾ ਚਾਹੀਦਾ ਸੀ ਕੁੜੀ ਦੇ, ਕਿਉਂ ਕੁੜੀ ਦੀ ਭੁਗਤ ਨਹੀਂ ਹੈ ਕਿ ਕੁੜੀ ਰਾਤ ਨੂੰ 2 ਵਜੇ ਬਾਹਰ ਸੀਗੀ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਸਾਡੀ ਫੈਕਟ ਫਾਈਂਡਿੰਗ ਕਰਨ ਦਾ ਤੇ ਇਹ ਪ੍ਰੈਸ ਕਾਨਫਰੰਸ ਕਰਨ ਦਾ ਸਾਡਾ ਮੇਨ ਜਿਹੜਾ ਟੀਚਾ ਹੈਗਾ ਉਹ ਇਹ ਹੈਗਾ, ਇਹਨਾਂ ਚੀਜ਼ਾਂ ਤੇ ਸਵਾਲ ਉੱਠਣਾ ਚਾਹੀਦਾ ਹੈਗਾ ਕਿ ਖਾਸ ਕਰ ਜਦੋਂ ਕੁੜੀ ਹੈ ਤਾਂ ਉਹਨੂੰ ਐਜ਼ ਅ ਹਿਊਮਨ ਬੀਇੰਗ ਹੀ ਟਰੀਟ ਕਰਨਾ ਚਾਹੀਦਾ, ਇਨਸਾਨ ਜਿਵੇਂ ਬਾਕੀ ਚੀਜ਼ਾਂ ਦਾ। ਠੀਕ ਹੈ, ਮਰਡਰ ਦੇ ਚਾਰਜਿਸ 'ਚ ਉਹ ਅੰਦਰ ਹੈਗੀ ਹੈ, ਮਰਡਰ ਕੇਸ ਉਹਦੇ 'ਤੇ ਉਵੇਂ ਜੁਡੀਸ਼ੀਅਲ ਕਾਰਵਾਈ ਉਵੇਂ ਚਲਾਈ ਜਾ ਸਕਦੀ ਹੈ, ਪਰ ਜਿਹੜੇ ਐਕਿਊਜ਼ੇਸ਼ਨ ਉਹ ਲਗਾ ਰਹੀ ਹੈਗੀ ਹੈ, ਹਾਂ ਜਿਹੜੀ ਐਕਿਊਜ਼ੇਸ਼ਨ ਉਹ ਲਗਾ ਰਹੀ ਹੈਗੀ ਆ ਉਹਦੀ ਅਨਬਾਇਸਡ ਇਨਕੁਆਇਰੀ ਹੋਣੀ ਚਾਹੀਦੀ ਹੈ। ਤਾਂ ਉਹ ਵਿਦਆਊਟ ਐਨੀ ਜਿਹੜੀ ਹੈਗੀ ਆ ਕੋਈ ਵੀ ਪਹਿਲਾਂ ਕੁਝ ਵੀ ਪ੍ਰਾਇਰ ਜਿਹੜੀ ਹੈ ਸਾਡੀ ਅਸੈਸਮੈਂਟ ਤੋਂ ਅਨਬਾਇਸਡ ਇਨਕੁਆਇਰੀ ਦੀ ਅਸੀਂ ਡਿਮਾਂਡ ਕਰਦੇ ਹਾਂ। ਦੂਸਰੀ ਚੀਜ਼ ਇਹ ਹੈਗੀ ਕਿ ਜਿਵੇਂ ਦੇ ਸਾਡੇ ਕੋਲ ਫੈਕਟਸ 'ਚ ਵੀ ਆਇਆ ਹੈਗਾ ਕਿ ਕੁੜੀ ਦੀ ਹਾਲਤ ਜਿਹੜੀ ਹੈਗੀ ਆ ਉਹ ਗੰਭੀਰ ਹੈਗੀ ਆ, ਉਹਦੀਆਂ ਅੰਦਰੂਨੀ ਸੱਟਾਂ ਹੈਗੀਆਂ ਨੇ ਜਿਹਦੇ 'ਚ ਇਨਫੈਕਸ਼ਨ ਪਸਰ ਰਿਹਾ ਹੈਗਾ। ਤਾਂ ਅਸੀਂ ਚਾਹੁੰਦੇ ਹਾਂ ਕਿ ਉਹਨੂੰ ਇਮੀਡੀਏਟ ਤੌਰ 'ਤੇ ਮੈਡੀਕਲ ਹੈਲਪ ਪ੍ਰੋਵਾਈਡ ਕੀਤੀ ਜਾਵੇ, ਉਹਦਾ ਮੈਡੀਕਲ ਟਰੀਟਮੈਂਟ ਸ਼ੁਰੂ ਕੀਤਾ ਜਾਵੇ। ਇਹ ਸਾਡੀ ਹੈਗੀ ਹੈ ਤੇ ਜੁਡੀਸ਼ੀਅਲ ਇੰਡੀਪੈਂਡੈਂਟ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਹੈ ਉਹਦੀ ਸਾਡੇ ਕੋਲ ਡਿਮਾਂਡ। ਤੁਸੀਂ ਕਹਿੰਦੇ ਹੋ ਕਿ ਜਿਹੜੇ ਫੈਕਟਸ ਸਾਹਮਣੇ ਤੁਹਾਡੇ ਆ ਗਏ, ਤੁਸੀਂ ਜਾ ਕੇ ਉੱਥੇ ਚੈੱਕ ਕਰਿਆ, ਹਾਲਾਂਕਿ ਤੁਹਾਡੇ ਕੋਲ ਤਾਂ ਉਨੀ ਜ਼ਿਆਦਾ ਪਰਮਿਸ਼ਨਸ ਜਾ ਕੇ ਤੁਸੀਂ ਉਹਨਾਂ ਕਰੀਬੀ ਜਾ ਨਹੀਂ ਸਕੇ ਹੋਗੇ, ਤਾਂ ਕੀ ਉੱਥੇ ਪ੍ਰਸ਼ਾਸਨਿਕ ਅਮਲੇ ਨੂੰ ਜਾਂ ਨਹੀਂ ਨਜ਼ਰ ਪਈਆਂ ਹੈਗੀਆਂ ਸਰ? ਇਹ ਸਾਰਾ ਨਾ ਕੀ ਪੂਰੀ ਜੇ ਅਸੀਂ ਦੇਖੀਏ ਪੂਰਾ ਸਟਰਕਚਰਲੀ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਇਹ ਹੈ ਕਿ ਜੇ ਅਸੀਂ ਦੇਖੀਏ ਪਿੰਡ ਦੀ ਚੌਂਕੀ ਤੋਂ, ਪਿੰਡ ਦੀ ਪੰਚਾਇਤ ਤੋਂ, ਉਸ ਤੋਂ ਥਾਣੇ ਤੋਂ, ਇਹ ਸਾਰੇ ਇਨਵੋਲਵਡ ਨੇ। ਤਾਂ ਇਹ ਗੱਲ ਪਹਿਲੀ ਗੱਲ ਤਾਂ ਇਹ ਕਿ ਇਹ ਮੰਨਣ ਨੂੰ ਹੀ ਤਿਆਰ ਨਹੀਂ ਗੇ ਕਿ ਹਾਂ ਕੁੜੀ ਸੱਚ ਬੋਲ ਰਹੀ ਹੈਗੀ ਹੈ। ਦੂਜੀ ਗੱਲ ਇਹ ਹੈ ਕਿ ਲੋਕ ਇਹ ਮੰਨਦੇ ਆ ਕਿ ਹਾਂ ਉਹ ਮਰਡਰ ਉਹਨਾਂ ਨੇ ਪੁਲਿਸ ਵਾਲਿਆਂ ਦਾ ਕੀਤਾ, ਕੁੜੀ ਰਾਤ ਨੂੰ 2 ਵਜੇ ਘਰੋਂ ਬਾਹਰ ਸੀ ਇਸ ਲਈ ਉਹਦੇ ਨਾਲ ਇਹ ਹੋ ਗਿਆ, ਤਾਂ ਹੋਣਾ ਹੀ ਚਾਹੀਦਾ ਸੀਗਾ। ਮਤਲਬ ਜਦੋਂ ਅਸੀਂ ਭਾਰਤ ਦੀ ਸੱਤਾ ਦੀ ਗੱਲ ਕਰੀਏ ਤਾਂ ਭਾਰਤ ਦੀ ਸੱਤਾ ਦਾ ਕਰੈਕਟਰ ਐਵੇਂ ਦਾ ਹੀ ਰਿਹਾ, ਪਿੱਤਰ ਸਤਾਤਮਕ ਕਰੈਕਟਰ ਉਹਦਾ ਇਹ ਪਹਿਲੀ ਵਾਰੀ ਨਹੀਂ ਹੋਇਆ। ਭਾਵੇਂ ਉਹ ਹਾਥਰਸ ਦਾ ਕੇਸ ਹੋਵੇ ਸਾਡੇ ਸਾਹਮਣੇ, ਭਾਵੇਂ ਉਹ ਉਨਾਓ ਦਾ ਕੇਸ ਹੋਵੇ ਤੇ ਭਾਵੇਂ ਸਾਡੇ ਕੋਲੇ ਆਸਿਫਾ ਦਾ ਕੇਸ ਹੋਵੇ, ਇਹ ਹਰ ਵਾਰੀ ਐਵੇਂ ਹੀ ਆਇਆ। ਆਸਿਫਾ ਦੇ ਕੇਸ ਦੇ ਵਿੱਚ ਵੀ ਉਹਦੇ ਸਮਰਥਨ ਦੇ ਵਿੱਚ ਬੀਜੇਪੀ ਰੈਲੀ ਕੱਢਦੀ ਹੈਗੀ ਆ, ਰੇਪਿਸਟ ਦੇ ਸਮਰਥਨ ਦੇ ਵਿੱਚ ਵੀ ਸਾਡੇ ਮੁੰਡੇ ਰੇਪ ਨਹੀਂ ਕਰ ਸਕਦੇ। ਉਨਾਓ ਦੇ ਕੇਸ ਦੇ ਵਿੱਚ ਵੀ ਬੀਜੇਪੀ ਸੇਨਗਾਰ ਨੂੰ ਸਪੋਰਟ ਕਰਨ ਲਈ ਪੂਰਾ ਸਟਰਕਚਰਲ ਸਿਸਟਮ ਕਿਵੇਂ ਖੜਾ ਹੁੰਦਾ ਇਹ ਸਾਨੂੰ ਸਾਫ਼-ਸਾਫ਼ ਦਿਖਦਾ। ਹਾਥਰਸ ਦੇ ਕੇਸ ਦੇ ਵਿੱਚ ਵੀ ਕਿਵੇਂ ਸਟੇਟ ਜਿਹੜੀ ਆ ਇੰਟਰਵੀਨ ਕਰਦੀ ਹੈ, ਯੋਗੀ ਗਵਰਨਮੈਂਟ ਕਿਵੇਂ PRO ਏਜੰਸੀਜ਼ ਜਿਹੜੀ ਆ ਉਹ ਹਾਇਰ ਕਰਦੀ ਹੈ ਇਹ ਸਾਬਿਤ ਕਰਨ ਲਈ ਵੀ ਇੱਥੇ ਰੇਪ ਨਹੀਂ ਹੋਇਆ ਹੈਗਾ। ਉੱਥੇ ਆਪੋਜੀਸ਼ਨ ਲੀਡਰਸ ਜਿਹੜੇ ਹੈਗੇ ਆ ਮਤਲਬ ਰਾਹੁਲ ਗਾਂਧੀ ਵਗੈਰਾ, ਉਹਨਾਂ ਨੂੰ ਵੀ ਐਂਟਰੀ ਨਹੀਂ ਦਿੱਤੀ ਜਾਂਦੀ ਹੈਗੀ ਕਿ ਮਤਲਬ ਤੁਸੀਂ ਲੋਕਾਂ ਨੂੰ ਜਾਨੋਂ ਰੋਕ ਦਿਓ ਫੈਕਟਸ ਲੁਕਾਉਣ ਦੇ ਲਈ, ਇੰਨਾ ਕੁ ਤੁਸੀਂ ਕਰ ਰਹੇ ਹੈਗੇ ਹੋ। ਇਹ ਤੇ ਪੂਰਾ ਇੰਟੀਰੀਅਰ ਦਾ ਮਾਮਲਾ ਹੈਗਾ, ਬਿਲਕੁਲ ਸੋਨੀਪਤ ਦੇ ਇੱਕ ਇੰਟੀਰੀਅਰ ਪਿੰਡ ਦਾ ਇੱਕ ਮਾਮਲਾ ਹੈਗਾ, ਉੱਥੇ ਤੁਸੀਂ ਸਟੇਟ ਕਿਵੇਂ ਨਹੀਂ ਇੰਟਰਵੀਨ ਕਰੂਗੀ, ਉਹ ਵੀ ਜਿਹੜਾ 2 ਮਹੀਨੇ ਤੱਕ ਨਿਊਜ਼ 'ਚ ਨਹੀਂ ਆਇਆ ਹੈਗਾ।
ਉਹ ਤੇ ਅਸੀਂ ਇਨਵਾਇਰ ਚ ਪੜਿਆ ਤੇ ਸਾਨੂੰ ਲੱਗਿਆ ਕਿ ਇੱਕ ਵਾਰੀ ਜਾ ਕੇ ਦੇਖ ਲੈਣਾ ਚਾਹੀਦਾ ਹੈਗਾ। ਉੱਥੋਂ ਦੇ ਜਿਹੜੇ ਮਤਲਬ ਸਾਨੂੰ ਇੱਥੇ ਪ੍ਰੈਸ ਕਾਨਫਰੰਸ ਕਿਉਂ ਕਰਨੀ ਚਾਹੀਦੀ ਹੈ, ਕਿਉਂਕਿ ਉੱਥੇ ਇਹ ਆਰਗੂਮੈਂਟ ਸਾਡੇ ਤੋਂ ਮਤਲਬ ਕਿਲ ਕਰਨਾ ਹੀ ਬੜਾ ਮੁਸ਼ਕਲ ਹੋਇਆ ਪਿਆ ਕਿ ਰਾਤ ਨੂੰ 2 ਵਜੇ ਬਈ ਕੁੜੀਆਂ ਬਾਹਰ ਨਿਕਲ ਸਕਦੀਆਂ ਨੇ, ਇਹ ਕੁੜੀਆਂ ਦੀ ਆਜ਼ਾਦੀ ਹੈ ਵੀ। ਕੁੜੀ ਜਿਹੜਾ ਜੱਜ ਹੈ ਉਹ ਜੱਜ ਬੇਲ ਪਲੀ ਜਦੋਂ ਰਿਜੈਕਟ ਕਰਦਾ ਉਹਦੇ ਚ ਆਰਗੂਮੈਂਟ ਇਹ ਦਿੰਦਾ ਕਿ ਬਈ ਜੱਜ ਕੁੜੀ ਦੀ ਬੇਲ ਜਿਹੜੀ ਉਹ ਰਿਜੈਕਟ ਕੀਤੀ ਜਾਂਦੀ ਹੈ ਕਿਉਂਕਿ ਪੇਰੈਂਟ ਕਸਟਡੀ ਦੇ ਵਿੱਚ ਕੁੜੀ ਸੇਫ ਨਹੀਂਗੀ। ਕਿਉਂਕਿ ਉਹ ਰਾਤ ਨੂੰ 2 ਵਜੇ ਪਹਿਲਾਂ ਹੀ ਘਰੋਂ ਬਾਹਰ ਨਿਕਲੀ ਸੀ। ਬਈ ਰਾਤ ਨੂੰ 2 ਵਜੇ ਅਗਰ ਕੁੜੀ ਘਰੋਂ ਬਾਹਰ ਨਿਕਲੀ ਉਹਨੇ ਗੁਨਾਹ ਕੀ ਕੀਤਾ? ਇਹਦਾ ਮਤਲਬ ਜਾਂ ਤੇ ਕੁੜੀਆਂ ਜੇਲ੍ਹਾਂ 'ਚ ਰਹਿਣ, ਜਾਂ ਫਿਰ ਉਹ ਰੇਪ ਸਹਿਣ, ਜਾਂ ਫਿਰ ਉਹ ਮਤਲਬ ਆਪਦੀ ਜ਼ਿੰਦਗੀ ਦਬ ਕੇ ਘਰਾਂ ਦੀਆਂ ਜਿਹੜੀਆਂ ਦੀਵਾਰਾਂ ਨੇ ਕੰਧਾਂ ਦੇ ਪਿੱਛੇ ਗੁਜ਼ਾਰਨ। ਇਹ ਕੁਨਪ੍ਰੀਤ ਇੱਕ ਚੀਜ਼ ਹੋਰ ਆ ਜਾਂਦੀ ਹੈ ਜਦੋਂ ਇਸ ਤਰ੍ਹਾਂ ਦੇ ਮਾਮਲੇ ਉੱਠਦੇ ਨੇਗੇ, ਸਵਾਲ ਹੁਣ ਇਹ ਵੀ ਉੱਠਣੇ ਸ਼ੁਰੂ ਹੋ ਗਏ ਨੇ ਨਾਲ। ਅਸੀਂ ਵੀ ਪਹਿਲਾਂ ਕਈ ਵਾਰੀ ਇਹ ਚੀਜ਼ ਪੁੱਛੀ ਹੈ ਕਿ ਰੇਪ ਹੋ ਗਿਆ, ਕੁੜੀ ਕੋਈ ਵੀ ਹੈਗੀ, ਚਾਹੇ ਉਹ ਅਪਰ ਕਾਸਟ ਦੀ ਹੈ ਚਾਹੇ ਲੋਅਰ ਕਾਸਟ ਦੀ ਹੈਗੀ ਹੈ, ਲੜਕੀ ਤਾਂ ਲੜਕੀ ਹੈ, ਫਿਰ ਉਹਨੂੰ ਦਲਿਤ ਲੜਕੀ ਕਹਿ ਕੇ ਜ਼ਿਆਦਾ ਪ੍ਰਮੋਟ ਕਰਨਾ, ਉਹ ਤੁਹਾਨੂੰ ਨਹੀਂ ਲੱਗਦਾ ਵੀ ਉਹਦੇ 'ਚ ਕਿਤੇ ਕਿਤੇ ਖੁਦ ਦੇ ਇਹ ਲੋਕ ਕਹਿੰਦੇ ਨੇ ਕਿ ਜਦੋਂ ਜਿਹੜੀ ਵੀ ਆਰਗੇਨਾਈਜੇਸ਼ਨ ਇਹਨੂੰ ਚੱਕਦੀਆਂ ਨੇ ਉਹਨਾਂ ਦੇ ਖੁਦ ਦੇ ਏਜੰਡੇ ਛੁਪੇ ਹੁੰਦੇ ਨੇ ਇਸ ਪਿੱਛੇ? ਦੇਖੋ ਏਜੰਡਾ ਕੀ ਹੈ ਨਾ, ਸਾਫ਼ ਤੌਰ ਤੇ ਕਹਿ ਰਹੀ ਹਾਂ, ਇੱਕ ਏਜੰਡਾ ਵੀ ਔਰਤਾਂ ਦੇ ਨਾਲ ਸੈਕਸ਼ੂਅਲ ਵਾਇਲੈਂਸ ਆਮ ਹੈ ਨਾ, ਪਰ ਸਾਡੇ ਭਾਰਤੀ ਸਮਾਜ ਦੇ ਅੰਦਰ ਇੱਕ ਜਾਤੀ ਪ੍ਰਥਾ ਹੈ ਨਾ, ਉਹ ਤਰ੍ਹਾਂ ਤਰ੍ਹਾਂ ਦੀਆਂ ਜਾਤਾਂ 'ਚ ਵੰਡੇ ਹੋਏ ਨੇ, ਜਿਸ ਵਿੱਚ ਦਲਿਤਾਂ ਨੂੰ ਸਭ ਤੋਂ ਨੀਵੀਂ ਜਾਤ ਮੰਨਿਆ ਜਾਂਦਾ ਹੈ। ਸਭ ਤੋਂ ਨੀਵੀਂ ਜਾਤ ਮੰਨ ਕੇ ਸਭ ਤੋਂ ਉਸੇ ਤਰੀਕੇ ਨਾਲ ਕੰਮ ਕਰਾਏ ਜਾਂਦੇ ਨੇ। ਅੱਜ ਦਲਿਤ ਕੰਮ ਕੀ ਕਰ ਰਹੇ ਨੇ? ਦਲਿਤਾਂ ਨੂੰ ਕਿਹੋ ਜਿਹੇ ਕੰਮਾਂ ਤੇ ਆਉਂਦੇ ਨੇ? ਕੋਈ ਲੈਂਡਲੈਸ ਨੇ, ਇਹਨਾਂ ਨੂੰ ਕੋਈ ਨੌਕਰੀਆਂ ਨਹੀਂ ਹੈਗੀਆਂ, ਇਹ ਕਿਹੋ ਜਿਹਾ ਕੰਮ ਕਰ ਰਹੇ ਨੇ, ਹੈ ਨਾ। ਤਾਂ ਫਿਰ ਉਹਦੇ ਵਿੱਚ ਜਿਹੜੀ ਦਲਿਤ ਔਰਤ ਹੈ ਉਹ ਟ੍ਰਿਪਲ ਬਰਡਨ ਸਹਿੰਦੀ ਹੈ। ਉਹ ਆਰਥਿਕ ਤੌਰ ਤੇ ਵੀ ਇੱਕ ਬਰਡਨ ਸਹਿੰਦੀ ਹੈ, ਉਹ ਔਰਤ ਹੋਣ ਕਰਕੇ ਇੱਕ ਜੈਂਡਰ ਓਪਰੇਸ਼ਨ ਵੀ ਸਹਿੰਦੀ ਹੈ, ਤੇ ਉਹ ਨਾਲ ਦੇ ਨਾਲ ਇੱਕ ਕਾਸਟ ਓਪਰੇਸ਼ਨ ਵੀ ਸਹਿੰਦੀ ਹੈ, ਜਿਹੜਾ ਜਾਤੀ ਦਾ ਓਪਰੇਸ਼ਨ ਹੈ, ਜਿਹੜਾ ਉਹਨੂੰ ਨੀਵੀਂ ਜਾਤ ਸਮਝ ਕੇ ਇੱਕ ਇੰਪਿਓਰ ਸਮਝਿਆ ਜਾਂਦਾ ਹੈ ਕਿ ਇੱਕ ਭੁਗਣ ਦੀ ਵਸਤੂ ਸਮਝਿਆ ਜਾਂਦਾ ਹੈ ਵੀ ਅਪਰ ਕਾਸਟ। ਨਹੀਂ, ਰੇਪ ਦੀਆਂ ਵਾਰਦਾਤਾਂ ਤਾਂ ਦੇਖਿਆ ਜਾਵੇ ਜਨਰਲ ਵਾਲਿਆਂ ਨਾਲ ਵੀ ਬਹੁਤ ਦੇ ਨਾਲ ਆ ਜਾਂਦੀਆਂ ਨੇ, ਅਸੀਂ ਇਨਸੀਡੈਂਟ ਦੇਖਦੇ ਰਹਿੰਦੇ ਹੈਗੇ, ਪਰ ਉਹਨਾਂ ਲਈ ਸ਼ਾਇਦ ਇਸ ਤਰ੍ਹਾਂ ਦੀ ਜੇ ਕਹੀਏ ਕਿ ਕੋਈ ਮੁਹਿੰਮ ਨਹੀਂ ਚਲਾਈ ਜਾਂਦੀ, ਕੋਈ ਉਹਨਾਂ ਵਾਸਤੇ ਏਜੰਡਾ ਕ੍ਰੀਏਟ ਨਹੀਂ ਕੀਤਾ ਜਾਂਦਾ। ਨਹੀਂ, ਬਿਲਕੁਲ, ਜਦੋਂ ਵੀ ਕਈ ਰੇਪ ਦਾ ਇੰਸੀਡੈਂਟ ਆਉਂਦਾ ਹੈ ਤਾਂ ਬਰਾਬਰ ਮੂਵਮੈਂਟਸ ਉੱਠਦੀਆਂ ਨੇ, ਚਾਹੇ ਉਹ ਨਿਰਭਇਆ ਦਾ ਸੀ, ਚਾਹੇ ਉਹ ਹੈਦਰਾਬਾਦ ਦੇ ਅੰਦਰ ਸੀ ਜਦੋਂ ਕੁੜੀ ਨੂੰ ਜਾਲ ਹੀ ਦਿੱਤਾ ਗਿਆ ਜਿਹੜੀ ਕਿ ਡਾਕਟਰ ਸੀ, ਚਾਹੇ ਉਹ ਉਨਾਓ ਵਿੱਚ ਹੋਇਆ ਜਾਂ ਕਠੂਆ ਦੇ ਅੰਦਰ ਹੋਇਆ। ਤਾਂ ਕਠੂਆ ਦੇ ਅੰਦਰ ਵੀ ਜਿਵੇਂ ਉਹਦੀ ਇੱਕ ਖਾਸ ਚੀਜ਼ ਸੀ ਕਿ ਉਹ ਇੱਕ ਟਰਾਈਬਲ ਔਰਤ ਸੀ, ਛੋਟੀ ਬੱਚੀ ਸੀਗੀ, ਹੈ ਨਾ। ਉਹ ਟਰਾਈਬ ਨੂੰ ਡਰਾਉਣ ਦੇ ਲਈ, ਧਮਕਾਉਣ ਦੇ ਲਈ ਉੱਥੋਂ ਦਾ ਲੋਕਲ ਜਿਹੜਾ ਢਾਂਚਾ ਸੀ ਉਹ ਕੰਮ ਕਰ ਰਿਹਾ ਸੀਗਾ। ਤਾਂ ਸਾਨੂੰ ਲੱਗਦਾ ਹੈ ਕਿ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਇਹ ਹਾਦਸਾ ਕਿੱਥੋਂ ਨਿਕਲ ਕੇ ਆ ਰਿਹਾ ਹੈ, ਕਿਉਂਕਿ ਜਦੋਂ ਤੁਹਾਨੂੰ ਇਹ ਪਤਾ ਹੈ ਵੀ ਫਿਰਨੀ ਦੇ ਲੱਗਦਿਆਂ ਦੀ ਕੁੜੀ ਹੈ ਨਾ, ਜਿਹੜੇ ਘਰ ਫਿਰਨੀ ਦੇ ਲੱਗਦੇ ਨੇ, ਫਿਰਨੀ ਦੇ ਘਰ ਕਿਹਨਾਂ ਦੇ ਲੱਗਦੇ ਨੇ? ਹਰ ਪਿੰਡ ਜਾਂਦਾ ਹੈ। ਹਰੀਜਨਾਂ ਦੇ ਘਰ ਕਹਿੰਦੇ ਉੱਥੇ ਕੁੜੀਆਂ ਉੱਥੋਂ ਨਿਕਲੀਆਂ ਸੀਗੀਆਂ। ਤਾਂ ਜਦੋਂ ਤੁਸੀਂ ਉਹਨਾਂ ਦੇ ਖਿਲਾਫ ਕੁਝ ਕਰ ਲੋਗੇ ਤਾਂ ਤੁਹਾਡੇ ਤੇ ਕੋਈ ਵੱਡਾ ਐਕਸ਼ਨ ਨਹੀਂ ਹੋਏਗਾ, ਹੈ ਨਾ। ਇੱਕ ਚੌਧਰ ਹੈ ਨਾ, ਰੇਪ ਸਿਰਫ ਤੇ ਸਿਰਫ ਸਾਡਾ ਮੇਨ ਮਕਸਦ ਇਹ ਦੱਸਣ ਦਾ ਹੈ, ਰੇਪ ਸਿਰਫ ਤੇ ਸਿਰਫ ਕਿਸੇ ਹਵਸ ਤੋਂ ਨਹੀਂ ਹੁੰਦੇ, ਰੇਪ ਦੇ ਨਾਲ ਨਾਲ ਇੱਕ ਪਾਵਰ ਦਾ ਵੀ ਦਰਸਾਵਾ ਹੁੰਦਾ ਹੈ। ਉਹ ਪਾਵਰ ਜਿਹੜੀ ਹੈਗੀ ਹੈ ਫਿਰ ਉਹ ਕਾਸਟ ਹੈਜਮਨੀ ਵੀ ਦੱਸਦੀ ਹੈ, ਉਹ ਕਲਾਸ ਹੈਜਮਨੀ ਵੀ ਦੱਸਦੀ ਹੈ ਵੀ ਤੁਸੀਂ ਮੇਰਾ ਕੁਝ ਵਿਗਾੜ ਨਹੀਂ ਪਾਉਂਗੇ ਜੇ ਮੈਂ ਕੁਝ ਕਰ ਲਿਆ ਤਾਂ। ਅੱਜ ਜਦੋਂ ਪੁਲਿਸ ਕਰਦੀ ਹੈ ਤਾਂ ਪੁਲਿਸ ਨੂੰ ਵੀ ਪੂਰਾ ਭਰੋਸਾ ਹੈ ਕਿ ਉਹਦਾ ਜਿਹੜਾ ਪੁਲਿਸ ਦਾ ਢਾਂਚਾ ਹੈ, ਸਟੇਟ ਦਾ ਢਾਂਚਾ ਹੈ, ਉਹਨੂੰ ਪ੍ਰੋਟੈਕਟ ਕਰੇਗਾ, ਕਿਉਂਕਿ ਉਹ ਕਹੇਗਾ ਪੁਲਿਸ ਤਾਂ ਰੇਪ ਕਰਦੀ ਨਹੀਂ। ਉੱਥੇ ਖੁਦ ਪੁਲਿਸ ਕਰਮੀ ਕਹਿੰਦੇ ਨੇ ਕਿ ਇੱਦਾਂ ਤਾਂ ਹੋ ਹੀ ਨਹੀਂ ਸਕਦਾ ਵੀ, ਕਿਉਂਕਿ ਸਾਨੂੰ ਤਾਂ ਰੂਲਸ ਐਂਡ ਰੈਗੂਲੇਸ਼ਨ ਪਤਾ ਨੇ। ਪਰ ਫਿਰ ਮਨੀਪੁਰ ਤੋਂ ਆ ਕੇ ਔਰਤਾਂ ਨੰਗੀਆਂ ਕਿਉਂ ਹੁੰਦੀਆਂ ਨੇ ਦਿੱਲੀ ਦੀਆਂ ਸੜਕਾਂ ਤੇ? ਕਿਉਂ ਦੱਸਦੀਆਂ ਨੇ ਕਿ ਸਾਡੇ ਨਾਲ ਆਰਮੀ ਨੇ ਰੇਪ ਕੀਤਾ? ਕਿਉਂਕਿ ਰੇਪ ਨੂੰ ਅਸੀਂ ਇੱਦਾਂ ਨਾ ਸਮਝੀਏ ਕਿ ਸਿਰਫ ਤੇ ਸਿਰਫ ਹਵਸ ਤੱਕ ਦਾ ਮਸਲਾ ਹੈ, ਇੱਕ ਪਾਵਰ ਦਰਸਾਉਣ ਦਾ ਮਸਲਾ ਹੈ, ਤੇ ਇਹ ਉਹਨਾਂ ਤੇ ਢਾਇਆ ਜਾਂਦਾ ਹੈ ਜਿਹੜੇ ਕਿ ਪਹਿਲਾਂ ਹੀ ਸਮਾਜ ਵਿੱਚ ਓਪਰੈਸਡ ਨੇ, ਚਾਹੇ ਉਹ ਦਲਿਤ ਨੇ, ਚਾਹੇ ਉਹ ਔਰਤ ਦੀ ਆਇਡੈਂਟੀਟੀ ਹੈ ਜਿਹੜੀ ਕਿ ਕਮਜ਼ੋਰ ਮੰਨੀ ਜਾਂਦੀ ਹੈ, ਚਾਹੇ ਉਹ ਕਸ਼ਮੀਰ ਦੀ ਆਇਡੈਂਟੀਟੀ ਹੈ, ਮਨੀਪੁਰ ਦੀ ਆਇਡੈਂਟੀਟੀ ਹੈ। ਤਾਂ ਇਹ ਸਭ ਆਇਡੈਂਟੀਟੀ ਨੂੰ ਅਸੀਂ ਇਸ ਲਈ ਦੱਸਦੇ ਹਾਂ, ਇਹਦਾ ਏਜੰਡਾ ਆਇਡੈਂਟੀਟੀ ਨੂੰ ਦੱਸਣ ਦਾ ਇਹੀ ਹੈ ਕਿਉਂਕਿ ਇਹਨਾਂ ਆਇਡੈਂਟੀਟੀਜ਼ ਨੂੰ ਤੁਸੀਂ ਹਮਲਾ ਕਰਦੇ ਹੋ ਲਗਾਤਾਰ। ਪਰ ਦਲਿਤਾਂ ਨੂੰ ਵੀ ਸਮਝਣ ਦੀ ਸ਼ਾਇਦ ਲੋੜ ਹੈ, ਕਿਉਂਕਿ ਜਦੋਂ ਸਿਆਸਤ ਦੇ ਵਿੱਚ ਕਿਸੇ ਨੇ ਵੀ ਪਤਾ ਹੈ ਵੀ ਸਿਆਸੀ ਸੁੱਖ ਪਾਉਣੇ ਨੇ, ਕੱਲ੍ਹ ਨੂੰ ਉੱਥੇ ਜਿੱਤ ਕੇ ਅੱਗੇ ਮੁੱਖ ਮੰਤਰੀ ਬਣਨਾ, ਲੀਡਰ ਬਣਨਾ, ਕੁਝ ਵੀ ਬਣਨਾ, ਤਾਂ ਫਿਰ ਦਲਿਤਾਂ ਨੂੰ ਪਹਿਲਾਂ ਟਾਰਗੇਟ ਕੀਤਾ ਜਾਂਦਾ ਹੈ। ਉਹਨਾਂ ਦੇ ਵਾਸਤੇ ਬੇਹਤਾਸ਼ਾ ਸਕੀਮਾਂ ਦੇ ਅਨਾਉਂਸਮੈਂਟਾਂ ਹੁੰਦੀਆਂ ਨੇਗੀਆਂ, ਮੈਨੀਫੈਸਟੋਆਂ ਦੇ ਵਿੱਚ ਤੁਸੀਂ ਦੇਖਿਆ ਹੋਣਾ। ਸਮਝਦੇ ਹੋ ਕਿ ਇਸ ਦਲਿਤਾਂ ਨੂੰ ਵੀ ਸ਼ਾਇਦ ਉਨਾ ਹੀ ਅਵੇਅਰ ਹੋਣਾ ਪਏਗਾ ਕਿ ਆਖਰਕਾਰ ਕਿਉਂ ਸਾਨੂੰ ਸਿਆਸਤ ਦੇ ਵੇਲੇ ਤਾਂ ਵਰਤਿਆ ਜਾਂਦਾ ਪਰ ਬਾਕੀ ਚੀਜ਼ਾਂ ਵੇਲੇ ਸਾਨੂੰ ਇਨਸਾਫ ਨਹੀਂ ਮਿਲ ਪਾਉਂਦਾ? ਮੈਨੂੰ ਲੱਗਦਾ ਹੈ ਕਿ ਇੱਦਾਂ ਦੀਆਂ ਬਹੁਤ ਦਲਿਤ ਆਰਗੇਨਾਈਜੇਸ਼ਨਸ ਹੈਗੀਆਂ ਨੇ ਜਿਹੜੀਆਂ ਕਿ ਲੜਦੀਆਂ ਨੇ, ਜਿਹੜੀਆਂ ਕਿ ਸਿਰਫ ਇਹਨਾਂ ਫਰੀਬੀਜ਼ ਦੇ ਪਿੱਛੇ ਨਹੀਂ ਪੈਂਦੀਆਂ। ਵੈਸੇ ਤਾਂ ਇਹ ਫਰੀਬੀਜ਼ ਨਹੀਂ ਹੈਗੀਆਂ, ਇਹਨਾਂ ਦੇ ਮੌਲਿਕ ਅਧਿਕਾਰ ਨੇ, ਹੈ ਨਾ। ਸਾਡੇ ਬਰੋਬਰ ਆਉਣਾ, ਜਦੋਂ ਇੱਕ ਜਾਤੀ ਨੂੰ, ਇੱਕ ਸਮਾਜ ਨੂੰ ਤੁਸੀਂ ਇੰਨੇ ਪਿੱਛੇ ਹੀ ਧੱਕ ਦਿੱਤਾ, ਹੈ ਨਾ, ਸਦੀਆਂ ਤੇ ਸਦੀਆਂ ਤਾਂ ਓਪਰੈਸ ਕਰਦੇ ਰਹੇ, ਤਾਂ ਅੱਜ ਜ਼ਰੂਰਤ ਹੈ ਉਹਦੇ ਨਾਲ ਖੜਨ ਦੀ ਤੇ ਉਹਨੂੰ ਕੁਝ ਇਹੋ ਜਿਹੀਆਂ ਸਕੀਮਸ ਦੇਣ ਦੀ ਜਿਹਦੇ ਨਾਲ ਉਹ ਅਪਲਿਫਟ ਹੋ ਸਕਣ।
ਪਾਲਿਸੀਜ਼ ਦੀ ਜ਼ਰੂਰਤ ਹੈ। ਔਰਤਾਂ ਲਈ ਵੀ ਅਸੀਂ ਇਸ ਲਈ ਮੰਗਦੇ ਹਾਂ, ਜਦੋਂ ਅਸੀਂ ਰਿਜ਼ਰਵੇਸ਼ਨਸ ਮੰਗਦੇ ਹਾਂ, ਔਰਤ ਦੇ ਲਈ ਰਿਜ਼ਰਵੇਸ਼ਨ ਮੰਗਦੇ ਹਾਂ, ਇਸ ਲਈ ਮੰਗਦੇ ਹਾਂ ਕਿਉਂਕਿ ਸਮਾਜ ਵਿੱਚ ਤੁਸੀਂ ਉਹਨੂੰ ਬਹੁਤ ਪਿੱਛੇ ਰੱਖਿਆ ਹੋਇਆ ਹੈ। ਤਾਂ ਉਹਨਾਂ ਦੇ ਲਈ ਇੱਕ, ਜੇ ਤੁਸੀਂ ਕਹਿੰਦੇ ਹੋ ਕਿ ਸਮਾਜ ਵੱਧ ਰਿਹਾ ਹੈ, ਉਹ ਵੱਧ ਤਾਂ ਰਿਹਾ ਹੈ, ਪਰ ਉਹਦਾ ਆਹ ਫਾਸਲਾ ਨਹੀਂ ਟੁੱਟ ਰਿਹਾ। ਅਸੀਂ ਉਹ ਫਾਸਲਾ, ਆਪਸੀ ਫਾਸਲੇ ਵੀ ਜਦੋਂ ਤੋੜਨੇ ਆ ਤਾਂ ਉਹਦੇ ਵਿੱਚ ਇੱਕ ਸਕੀਮਸ ਦੀ ਜ਼ਰੂਰਤ ਹੈਗੀ ਹੈ। ਪਰ ਨਾਲ ਦੇ ਨਾਲ ਹੀ ਜਿਹੜੀ ਲੜਾਈ ਹੈ, ਜਿਹੜੀ ਇੱਕ ਸਟਰਕਚਰਲ ਪ੍ਰੋਬਲਮ ਹੈ ਕਿ ਜਿਸ ਵਿੱਚ ਤੁਹਾਨੂੰ ਜਿੰਨੀ ਮਰਜ਼ੀ ਸਕੀਮ ਦੇ ਕੇ ਪਰ ਸਮਝਿਆ ਉਹੀ ਜਾਏਗਾ, ਤੁਸੀਂ ਰਹਿੰਦੇ ਪੈਰ ਦੀ ਜੁੱਤੀ ਹੀ ਹੋ, ਉਹ ਤੋੜਨ ਲਈ ਵੀ ਮੈਨੂੰ ਲੱਗਦਾ ਹੈ ਬਹੁਤ ਆਰਗੇਨਾਈਜੇਸ਼ਨਸ ਨੇ। ਮਾਨਸਿਕਤਾ ਕਿਵੇਂ ਬਦਲੂਗੀ ਫਿਰ ਕਿ ਕੁੜੀ ਰਾਤ ਨੂੰ ਜੇ 2 ਵਜੇ ਇਕੱਲੀ ਨਿਕਲਦੀ ਹੈ ਤਾਂ ਉਵੇਂ ਹੀ ਸਮਝਿਆ ਜਾਵੇ ਜਿਵੇਂ ਇੱਕ ਮੁੰਡਾ ਕੋਈ ਤੁਰਿਆ ਜਾ ਰਿਹਾ ਤਾਂ ਉਹਨੂੰ ਸਮਝੇ ਵੀ ਕੋਈ ਕੰਮ ਚੱਲਿਆ ਹੋਊਗਾ। ਤਾਂ ਤੁਹਾਨੂੰ ਲੱਗਦਾ ਵੀ ਇਹ ਮਾਨਸਿਕਤਾ ਕਦੋਂ ਤੱਕ ਕਿਵੇਂ ਬਦਲ ਸਕਦੀ ਹੈਗੀ ਫਿਰ ਆਖਰਕਾਰ, ਜਾਂ ਜਦੋਂ ਸਿਰਫ ਸਾਡੇ ਸਾਹਮਣੇ ਇਹੋ ਜਿਹੇ ਹਾਦਸੇ ਇੰਨੇ ਸਾਰੇ ਆ ਰਹੇ ਨੇ ਤਾਂ ਉਹਦੇ ਵਿੱਚ ਅਸੀਂ ਪਿੰਡ ਤੋਂ ਲੈ ਕੇ ਪੰਚਾਇਤ, ਸਰਪੰਚ, ਡੀਐਸਪੀ, ਐਸਐਸਪੀ ਇਹ ਬੋਲਦਾ ਸੁਣਾਂਗੇ ਵੀ ਕੁੜੀ ਬਾਹਰ ਨਿਕਲੀ ਕਿਉਂ ਹੈ ਨਾ। ਅਸੀਂ ਯੂਨੀਵਰਸਿਟੀਆਂ ਵਿੱਚ ਬੈਠੇ ਪ੍ਰਸ਼ਾਸਨਾਂ ਤੋਂ ਸੁਣਦੇ ਹਾਂ ਵੀ ਕੁੜੀਆਂ ਨੂੰ ਬਾਹਰ ਆਡ ਆਵਰਸ 'ਚ ਨਿਕਲਣ ਨਹੀਂ ਦੇਣਾ, ਕਿਉਂ ਨਹੀਂ ਨਿਕਲਣ ਦੇਣਾ। ਇਹੋ ਜਿਹੇ ਲੜਾਈ ਲੜੀ ਸੀ। ਹਾਂਜੀ ਬਿਲਕੁਲ, ਇਹੋ ਜਿਹੇ ਕਿਹੜੇ ਦਰਿੰਦੇ ਬੈਠੇ ਨੇ, ਤੇ ਜੇ ਦਰਿੰਦੇ ਬੈਠੇ ਨੇ ਅੱਜ ਤੱਕ ਉਹਨਾਂ ਦਰਿੰਦਿਆਂ ਨੂੰ ਕਿਉਂ ਨਹੀਂ ਜੇਲ੍ਹ ਹੋਈ। ਜੇਲ੍ਹ 'ਚ ਤਾਂ ਤੁਸੀਂ ਫੇਰ ਕੁੜੀ ਨੂੰ ਕਰ ਰਹੇ ਹੋ, ਹੈ ਨਾ। ਤਾਂ ਫਿਰ ਜਦੋਂ ਅਸੀਂ ਤੋੜਨ ਦੀ ਗੱਲ ਕਰਦੇ ਹਾਂ ਤਾਂ ਆਪਣੇ ਅੰਦਰ ਦੀਆਂ ਪਿੱਤਰ ਸਤਾਤਮਕ ਜਿਹੜੀਆਂ ਜੰਜੀਰਾਂ ਨੇ ਉਹਨਾਂ ਨੂੰ ਵੀ ਤੋੜਨਾ ਪੈਣਾ, ਉਹ ਸਮਾਜ 'ਚ ਤੋੜਨਾ ਪੈਣਾ। ਸਮਾਜ ਵਿੱਚ ਅੱਜ ਕਿਉਂ ਨਹੀਂ ਸਵਾਲ ਉੱਠ ਰਹੇ ਉਹ 2 ਪੁਲਿਸ ਵਾਲਿਆਂ ਦੇ ਖਿਲਾਫ ਵੀ ਜਿਨ੍ਹਾਂ ਦਾ ਮਰਡਰ ਹੋਇਆ, ਉਹਨਾਂ ਦਾ ਮਰਡਰ ਉੱਥੇ ਕਿਉਂ ਹੋਇਆ, ਉਹਨਾਂ ਨੇ ਉੱਥੇ ਕੀ ਡਿਮਾਂਡ ਰੱਖੀ ਸੀਗੀ ਅਮਿਤ ਦੇ ਸਾਹਮਣੇ। ਉਹਨਾਂ ਨੇ ਕਿਹਾ ਕਿ ਅੱਜ ਤੂੰ ਇਸ ਕੁੜੀ ਨੂੰ ਰਾਤ ਨੂੰ ਲੈ ਕੇ ਆਇਆ ਹੈ, ਮੈਨੂੰ ਵੀ ਇਹਨੂੰ ਦੇ ਦੇ ਮਜ਼ੇ ਦੇ ਲਈ, ਹੈ ਨਾ। ਇਹ ਸਵਾਲ ਕਦੀ ਨਹੀਂ ਆ ਰਿਹਾ ਕਿਉਂਕਿ ਉਹ ਮਰ ਗਏ, ਕਿਉਂਕਿ ਉਹਨਾਂ ਨੂੰ ਮਾਰ ਦਿੱਤਾ ਗਿਆ, ਉਹਨਾਂ ਦਾ ਮਰਡਰ ਹੋਇਆ, ਉਹਨਾਂ ਨੂੰ ਸ਼ਹੀਦ ਦਾ ਦਰਜਾ ਵੀ ਬੜੀ ਛੇਤੀ ਦੇ ਦਿੱਤਾ ਗਿਆ। ਪਰ ਇਹਨਾਂ ਕੁੜੀਆਂ ਦਾ ਰੇਪ ਸਾਬਿਤ ਕਰਨ ਨੂੰ, ਕਸਟੋਡੀਅਲ ਵਾਇਲੈਂਸ ਸਾਬਿਤ ਕਰਨ ਨੂੰ ਸਾਨੂੰ ਪ੍ਰੈਸ ਕਾਨਫਰੰਸ, ਪ੍ਰੋਟੈਸਟ, ਇਹ ਸਾਰੇ ਕੈਂਪੇਨ ਜਾਂ ਪਰਚੇ ਇਹ ਸਾਰੇ ਵਰਤਣੇ ਪੈਣੇ ਨੇ ਤਾਂ ਕਿ ਅਸੀਂ ਉਹਦੇ ਨਾਲ ਖੜੇ ਹੋ ਸਕੀਏ। ਪਰ ਕਿਉਂ ਸਟੇਟ ਮਸ਼ੀਨਰੀ ਕੁੜੀ ਦੇ ਨਾਲ ਨਹੀਂ ਖੜੀ ਹੁੰਦੀ, ਉਹਨੂੰ ਸੁਣਨ ਨੂੰ ਵੀ ਤਿਆਰ ਨਹੀਂ ਹੁੰਦੀ, ਉਹਦੇ ਲਈ ਮੈਡੀਕਲ ਜਾਂਚ ਤੋਂ ਲੈ ਕੇ ਉਹਨੂੰ ਇੱਕ ਸੇਫ ਜਗ੍ਹਾ ਤੇ ਕਿਉਂ ਨਹੀਂ ਪਹੁੰਚਾਉਂਦੀ, ਉਹਨੂੰ ਫਿਰ ਜੇਲ੍ਹ ਹੀ ਪਹੁੰਚਾਉਂਦੀ ਹੈ। ਤਾਂ ਇਹ ਸਵਾਲ ਨੇ ਜਿਹੜੇ ਤਾਂ ਸ਼ਾਇਦ ਬਣੇ ਰਹਿਣਗੇ। ਆਪਾਂ ਜਿਵੇਂ ਤੁਸੀਂ ਇਹ ਸਾਰੀਆਂ ਚੀਜ਼ਾਂ ਦੇਖੀਆਂ ਹੋਈਆਂ ਨੇ, ਲੱਗਦਾ ਅੱਗੇ ਕੋਈ ਭਰੋਸਾ ਲੱਗਦਾ ਤੁਹਾਨੂੰ ਵੀ ਅੱਗੇ ਹਾਂ ਤੁਹਾਡੀ ਫਾਈਂਡਿੰਗਸ ਤੋਂ ਬਾਅਦ ਕੋਈ ਅਸਰ ਹੋਏਗਾ, ਕੋਈ ਕਾਰਵਾਈ ਹੋਏਗੀ? ਦੇਖੋ ਇਹ ਤੇ ਲੋਕਾਂ ਦੀ ਤਾਕਤ ਹੁੰਦੀ ਹੈ। 29 ਤਰੀਕ ਨੂੰ ਵੈਸੇ ਵੀ ਉੱਥੇ ਇੱਕ ਪ੍ਰੋਟੈਸਟ ਹੈਗਾ ਕਿ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਕੀਤੀ ਨਹੀਂ ਗਈਗੀ। ਜਿਹੜੀ FIR ਹੈਗੀ ਆ ਉਹ ਮਾਲ ਲੌਂਚ ਕਰਾਈ ਗਈ ਹੈ ਬਟ ਉਹਦੇ 'ਚੋਂ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ। ਕੁੜੀ ਵੱਲੋਂ 10 ਤੋਂ ਲੈ ਕੇ 15 ਪੁਲਿਸ ਵਾਲਿਆਂ ਦੇ ਹੈਗਾ ਕਿ 10 ਤੋਂ ਲੈ ਕੇ 15 ਪੁਲਿਸ ਵਾਲਿਆਂ ਨੇ ਰੇਪ ਕੀਤਾ। ਉਹਦੇ 'ਚ FIR ਦੇ ਵਿੱਚ 3 ਦੀ ਨਾਮ ਹੈਗੇ ਨੇ, ਉਹਨਾਂ ਨੂੰ ਨਾ ਸਸਪੈਂਡ ਕੀਤਾ ਗਿਆ, ਨਾ ਉਹਨਾਂ 'ਤੇ ਕੋਈ ਕਾਰਵਾਈ ਕੀਤੀ ਗਈ ਹੈਗੀ ਆ, ਤੇ ਬਲਕਿ ਉਹ ਆਪਦੀ ਪੋਸਟ 'ਤੇ ਨੇ। ਤੇ ਬਲਕਿ ਜਦੋਂ ਅਸੀਂ ਫੈਕਟ ਫਾਈਂਡਿੰਗ ਲਈ ਵੀ ਗਏ ਹੈਗੇ, ਉਹਨਾਂ 'ਚੋਂ ਇੱਕ ਬੰਦਾ ਉਹ ਚੌਂਕੀ ਇੰਚਾਰਜ ਹੈਗਾ, ਉਹ ਚੌਂਕੀ ਇੰਚਾਰਜ ਸਾਨੂੰ ਅਟੈਂਡ ਕਰਦਾ ਹੈ, ਦੱਸਦਾ ਆਪਦੀ ਸਟੋਰੀ। ਉਸ ਤੋਂ ਬਾਅਦ ਅਸੀਂ ਥਾਣੇ ਵੱਲ ਜਾਂਦੇ ਹੈਗੇ ਆ ਫਰਦਰ ਸਟੋਰੀ ਦੇ ਲਈ, ਤੇ ਉਹ ਸਾਡਾ ਪਿੱਛਾ ਕਰਦਾ, ਸਾਨੂੰ ਡਰਾਉਣ ਦੀ ਕੋਸ਼ਿਸ਼ ਕਰਦਾ। ਗੇਟ ਦੇ ਅੱਗੇ, ਉਹ ਥਾਣੇ ਦੇ ਅੰਦਰ ਐਂਟਰ ਨਹੀਂ ਕਰਦਾ, ਗੇਟ ਅੱਗੇ ਥਾਣੇ ਦੇ ਬਹਿ ਕੇ ਚਾਹ ਪੀ ਰਿਹਾ ਹੁੰਦਾ ਤੇ ਸਾਨੂੰ ਹੱਸ ਕੇ ਦਿਖਾਉਂਦਾ ਜਦੋਂ ਅਸੀਂ ਥਾਣੇ ਤੋਂ ਬਾਹਰ ਨਿਕਲਦੇ ਹੈਗੇ ਆ। ਜਿਹੜਾ ਉਹਦਾ SHO ਹੈਗਾ ਉਹ ਆਊਟ ਆਫ ਥਾਣਾ ਹੁੰਦਾ, ਉਹ ਸਾਨੂੰ ਮਿਲਣ ਤੋਂ ਫੋਨ ਤੇ ਕੰਟੈਕਟ ਹੁੰਦਾ, ਉਹ ਸੋਨੀਪਤ ਹੁੰਦਾ, ਸਾਨੂੰ ਮਿਲਦਾ ਨਹੀਂ ਹੈਗਾ ਗਾ। ਤੇ ਜਿਹੜਾ ਆਲ ਓਵਰ ਪ੍ਰੋਸੈਸ ਹੈਗਾ, ਦੇਖੋ ਇੱਕ FIR ਲੌਂਚ ਹੋਈ ਹੈ, ਤੁਹਾਡਾ ਇੱਕ ਮਿਨੀਮਮ ਪ੍ਰੋਟੋਕਾਲ ਹੁੰਦਾ ਹੈ ਕਿ ਤੁਸੀਂ ਉਹਦੀ ਇਨਕੁਆਇਰੀ ਕਰਦੇ ਹੈਗੇ ਹੋ, ਹੈ ਨਾ। ਉਹ ਇਨਕੁਆਇਰੀ ਮਿਸਿੰਗ ਹੈ, ਉਹ ਇਨਕੁਆਇਰੀ ਸ਼ੁਰੂ ਹੀ ਨਹੀਂ ਕੀਤੀ ਗਈ। ਫਿਰ ਲੀਗਲੀ ਜਾਓਗੇ ਕਿਉਂਕਿ ਜੇ ਇਹ ਚੀਜ਼ਾਂ ਰਹਿੰਦੀਆਂ ਨੇ ਤਾਂ ਹਾਂਜੀ ਲੀਗਲੀ ਅਸੀਂ ਪ੍ਰੋਸੀਡ ਕਰਾਂਗੇ, ਓਬਵੀਅਸਲੀ ਬੇਲ ਦੇ ਲਈ ਹਾਈ ਕੋਰਟ ਪ੍ਰੋਸੀਡ ਕਰਾਂਗੇ। ਤੇ ਦੂਸਰਾ ਇਹ ਹੈਗਾ ਕਿ ਹਾਂ ਲੋਕਾਂ ਦੀ ਤਾਕਤ ਤੇ ਕਿਉਂਕਿ ਇਹ ਹੈਗਾ ਕਿ ਜਦੋਂ ਕਚਹਿਰੀਆਂ ਬੰਦ ਹੋ ਜਾਣ, ਜਦੋਂ ਥਾਣੇ ਬੰਦ ਹੋ ਜਾਣ, ਉਦੋਂ ਸਭ ਤੋਂ ਵੱਡੀ ਤਾਕਤ ਲੋਕਾਂ ਦੀ ਤਾਕਤ ਹੁੰਦੀ ਹੈ, ਕਿਉਂਕਿ ਹਰ ਜਬਰ ਤੇ ਜ਼ੁਲਮ ਦੇ ਕੋਲ ਨੂੰ ਟਾਕਰਾ ਜਿਹੜਾ ਹੈਗਾ ਉਹ ਲੋਕ ਹੀ ਦੇ ਸਕਦੇ ਹੁੰਦੇ ਆ, ਤੇ ਉਹ ਕੋਸ਼ਿਸ਼ ਤੇ ਹਮੇਸ਼ਾ ਜਾਰੀ ਰਹਿੰਦੀ ਹੈਗੀ ਹੈ। ਬਿਲਕੁਲ। ਸਵਾਲ ਆਖਰਕਾਰ ਜੇ ਕਹੀਏ ਕਿ ਕੋਈ ਵੀ ਮਸਲਾ ਉੱਠਦਾ ਉਹਦੇ ਬਾਅਦ ਚ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ। ਜੇ ਹੁਣ ਇਹ ਮਾਮਲਾ ਵੀ ਸਾਹਮਣੇ ਆਇਆ ਹਰਿਆਣੇ ਤੋਂ, ਤਾਂ ਉਸ ਤੋਂ ਬਾਅਦ ਦੀ ਕਹਾਣੀ ਇਹ ਹੈ ਕਿ ਆਖਰਕਾਰ ਕੁੜੀਆਂ ਨੂੰ ਲੈ ਕੇ ਸੋਚ ਕਦੋਂ ਬਦਲਣੀ ਸ਼ੁਰੂ ਹੋਏਗੀ ਕਿ ਜਦੋਂ ਰਾਤ ਨੂੰ ਵੀ ਜੇ ਕੁੜੀ ਨਿਕਲੇ ਤਾਂ ਉਹਨੂੰ ਇੱਕ ਆਮ ਮੁੰਡੇ ਵਾਂਗੂ ਦੇਖਿਆ ਜਾਵੇ ਕਿ ਆਖਰਕਾਰ ਉਹ ਕਿਸੇ ਕੰਮ ਚੱਲੀ ਹੋਣੀ, ਕਿਸੇ ਮਜਬੂਰੀ ਵਸ ਚੱਲੀ ਹੋਣੀ, ਮਦਦ ਦੀ ਜਗ੍ਹਾ ਤੇ ਉਹਦੀ ਉਸ ਇਕੱਲੇਪਨ ਦਾ ਫਾਇਦਾ ਨਾ ਚੱਕਿਆ ਜਾਵੇ। ਵੀਡੀਓ ਜਰਨਲਿਸਟ ਕਮਲ ਦੇ ਨਾਲ ਸੁਮਿਤ ਸਿੰਘ ਜੋਸ਼ੀ।